पियो गोबिंदे राय, दूध पियो गोबिंदे राय, दूध पियो गोबिंदे राय, दूध पियो गोबिंदे राय, दूध पियो मेरो मन पतियाए, दूध पियो मेरो मन पतियाए, दूध पियो गोबिंदे राय, दूध पियो गोबिंदे राय, दूध पियो। कटोरे गढ़वे पानी, दूध कटोरे गढ़वे पानी, दूध कटोरे गढ़वे पानी, दूध कटोरे गढ़वे पानी, कपल गाए नामे दोहयानी, कपल गाए नावे दोहयानी, कपल गाए नावे दोहयानी, दूध पियो गोबिंदे राय, दूध पियो गोबिंदे राय, दूध पियो गोबिंदे राय, दूध पियो गोबिंदे राय, दूध पियो। शाम ਦਾ ਵਕਤ ਸੀ। ਨਾਮਦੇਵ ਦੇ ਪਿਤਾ ਨੇ ਨਾਮਦੇਵ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ, ਨਾਮਦੇਵ ਅੱਜ ਮੈਂ ਬਾਹਰ ਕਿਸੇ ਕੰਮ ਜਾ ਰਿਹਾ, ਰਾਤ ਉੱਥੇ ਹੀ ਰਵਾਂ ਤੇ ਕੱਲ ਸ਼ਾਮ ਨੂੰ ਆਵਾਂਗਾ, ਇਸ ਲਈ ਐਂ ਕਰੀਂ ਤੂੰ ਕੱਲ ਨੂੰ ਸਵੇਰੇ ਇਕੱਲਾ ਹੀ ਮੰਦਰ ਵਿੱਚ ਜਾਈਂ ਤੇ ਭਗਵਾਨ ਨੂੰ ਇਸ਼ਨਾਨ ਕਰਾ ਕੇ ਦੁੱਧ ਦਾ ਭੋਗ ਲਵਾ। ਨਾਮਦੇਵ ਨੇ ਕਿਹਾ, ਚੰਗਾ ਪਿਤਾ ਜੀ, ਤੁਸੀਂ ਕੋਈ ਫਿਕਰ ਨਾ, ਮੈਂ ਭਗਵਾਨ ਨੂੰ ਨਵਾ ਵੀ ਦੂੰਗਾ ਤੇ ਦੁੱਧ ਦਾ ਭੋਗ ਵੀ ਲਵਾ ਦੂੰਗਾ। ਅੱਛਾ ਠੀਕ ਹੈ, ਹੁਣ ਮੈਨੂੰ ਕੋਈ ਫਿਕਰ ਤਾਂ ਨਹੀਂ ਰਹੂਗਾ? नहीं पिता जी, तुसी बिल्कुल ही फिक्र ना करो, मैं भगवान नू चंगी तरह दुध पिला के आऊँगा। नामदेव के पिता ने उसकी मां नू भी भगवान की पूजा संबंधी जरूरी हदायत दी ते आप किसी काम लई घरों बाहर चला गया। नामदेव की उम्र मसा 12-13 साल। वो हर रोज सवेरे अपने पिता नाल नेड़े के मंदिर विच पूजा अर्चना लई जांदा रहिंदा। मंदिर विच विठल भगवान की मूर्ति सी। नामदेव का पिता कई सालों तो इसकी पूजा करता आ रहा सी। नामदेव भावें हर रोज ही अपने पिता नाल मंदिर विच जांदा सी, पर उसनूं अज तक
ਇਹ ਨਹੀਂ ਪਤਾ ਲੱਗ ਸਕਿਆ ਸੀ ਕਿ ਪਿਤਾ ਜੀ ਸਿਰਫ ਥੋੜਾ ਜਿਹਾ ਦੁੱਧ ਭਗਵਾਨ ਦੇ ਮੂੰਹ ਨੂੰ ਸੁਆ ਦਿੰਦੇ ਹਨ ਤੇ ਬਾਕੀ ਸਾਰਾ ਘਰ ਲਿਆਉਂਦੇ ਹਨ। ਉਹ ਸਮਝਦਾ ਸੀ ਭਗਵਾਨ ਦੀ ਮੂਰਤੀ ਸੱਚੀ ਮੁੱਚੀ ਦੁੱਧ ਪੀਂਦੀ ਹੈ। ਨਾਮਦੇਵ ਦਾ ਪਿਤਾ ਤਾਂ ਆਪਣੇ ਕੰਮ ਚਲਾ ਗਿਆ, ਪਰ ਨਾਮਦੇਵ ਸੋਚੀ ਪੈ ਗਿਆ। ਨਾਮਦੇਵ ਨੂੰ ਫਿਕਰ ਲੱਗ ਗਿਆ ਕਿ ਸਵੇਰੇ ਜਲਦੀ ਜਲਦੀ ਨਹਾ ਧੋ ਕੇ ਭਗਵਾਨ ਦੀ ਪੂਜਾ ਇਕੱਲੇ ਨਹੀਂ ਕਰਨ ਜਾਣਾ, ਇਸ ਵਿੱਚ ਕੋਈ ਕਮੀ ਨਾ ਰਹੇ। ਉਸਨੇ ਆਪਣੀ ਮਾਂ ਨੂੰ ਕਿਹਾ, ਮਾਂ ਮੈਨੂੰ ਸਵੇਰੇ ਜਲਦੀ ਜਲਦੀ ਜਗਾ ਦੇ, ਕੱਲ ਮੈਂ ਭਗਵਾਨ ਦੀ ਪੂਜਾ ਕਰਨ ਵਾਸਤੇ ਜਾਣਾ ਆ, ਕਿਤੇ ਦੇਰ ਨਾ ਹੋ ਜਾਏ। ਨਹੀਂ ਬੇਟਾ, ਤੂੰ ਚਿੰਤਾ ਨਾ ਕਰ ਤੇ ਬੇਫਿਕਰ ਹੋ ਕੇ ਸੌਂ ਜਾ, ਮੈਂ ਤੈਨੂੰ ਸਵੇਰੇ ਆਪੇ ਜਗਾ। ਤੂੰ ਆਪਣੀ ਗਾਂ ਦਾ ਦੁੱਧ ਖੁਦ ਹੀ ਚੋ ਕੇ ਭਗਵਾਨ ਨੂੰ ਭੋਗ ਲਵਾਇਆ। ਨਾਮਦੇਵ ਮਾਂ ਦੀ ਗੱਲ ਤੇ ਯਕੀਨ ਕਰਕੇ ਸੌਂ ਗਿਆ, ਪਰ ਰਾਤ ਨੂੰ ਜਦੋਂ ਵੀ ਉਸ ਨੂੰ ਜਾਗ ਆਈ ਤਾਂ ਉਸ ਨੂੰ ਇਹੀ ਫਿਕਰ ਸੀ ਕਿਤੇ ਭਗਵਾਨ ਦੀ ਪੂਜਾ ਵਿੱਚ ਕੋਈ ਕਮੀ ਨਾ ਰਹੇ, ਕਿਤੇ ਮੈਂ ਲੇਟ ਨਾ ਹੋ ਜਾਵਾਂ। ਇਸੇ ਖਿਆਲ 'ਚ ਨਾਮਦੇਵ ਉਸ ਰਾਤ ਪੂਰੀ ਨੀਂਦ ਸੌ ਨਾ ਸਕਿਆ। ਅੰਮ੍ਰਿਤ ਵੇਲਾ ਹੋ ਗਿਆ। ਨਾਮਦੇਵ ਦੀ ਮਾਂ ਨੇ ਉਸ ਨੂੰ ਜਗਾਇਆ। ਨਾਮਦੇਵ ਉੱਬੜ ਪਾਏ ਉੱਠਿਆ। ਉਸਨੇ ਆਪਣੀ ਮਾਂ ਦੇ ਪੈਰੀਂ ਹੱਥ ਲਾਇਆ। ਮਾਂ ਨੇ ਅਸੀਸ ਦਿੱਤੀ, ਜੁਗ ਜੁਗ ਜੀਓ ਮੇਰੇ ਲਾਲ। ਤੇ ਫਿਰ ਕਿਹਾ, ਬੇਟਾ ਹੁਣ ਤੂੰ ਉੱਠ ਤੇ ਗਾਂ ਚੋ ਕੇ ਨਹਾ ਧੋ ਕੇ ਭਗਵਾਨ ਦੀ ਪੂਜਾ ਕਰ। ਨਾਮਦੇਵ ਉੱਠਿਆ ਤੇ ਉਸਨੇ ਪਹਿਲਾਂ ਗਾਂ ਦਾ ਦੁੱਧ ਚੋਇਆ, ਫਿਰ ਨਹਾ ਧੋ ਕੇ ਤਿਆਰ। ਮਾਂ ਨੇ ਉਸ ਨੂੰ ਇੱਕ ਸਾਫ਼ ਸੁਥਰੀ ਕਟੋਰੀ ਵਿੱਚ ਦੁੱਧ ਪਾ ਦਿੱਤਾ ਤੇ ਇੱਕ ਗੜਵੀ ਪਾਣੀ ਦੀ ਨਾਲ ਦੇ ਦਿੱਤੀ। कटोरे गढ़वे पानी, दूध कटोरे गढ़वे पानी, कपल गाए नामे दुहियानी, कपल गाए नामे दुहियानी, कपल गाए नामे दुहियानी, कपल गाए नामे दुहियानी। दूध पियो गोबिंदे राय, दूध पियो गोबिंदे राय। नामदेव प्रभु ਦਾ ਧਿਆਨ ਧਰਦਾ ਹੋਇਆ ਮੰਦਰ ਵੱਲ ਚਲਾ ਗਿਆ। ਉਸਨੇ ਮੰਦਰ ਦਾ ਦਰਵਾਜ਼ਾ ਖੋਲ੍ਹਿਆ ਤੇ ਦੁੱਧ ਦੀ ਕਟੋਰੀ ਇੱਕ ਪਾਸੇ ਰੱਖ ਕੇ ਭਗਵਾਨ ਦਾ ਇਸ਼ਨਾਨ ਕਰਾਉਣ ਲੱਗ। ਭਗਵਾਨ ਦਾ ਇਸ਼ਨਾਨ ਕਰਾ ਕੇ ਫਿਰ ਕੁਝ ਦੇਰ ਆਪਣੇ ਮਨ ਵਿੱਚ ਪ੍ਰਭੂ ਦਾ ਧਿਆਨ ਧਰਿਆ ਤੇ ਹੁਣ ਉਸਨੇ ਕਟੋਰੀ ਚੁੱਕੀ, ਭਗਵਾਨ ਦੇ ਅੱਗੇ ਰੱਖ ਕੇ ਇੰਜ ਬੇਨਤੀ ਕਰ ਲੱਗਾ,
ਪਤਿਆਏ ਦੁੱਧ मेरो मन पतियाए दूध पियो हे ਸਰ ਘਟ ਘਟ ਦੀ ਜਾਣਨ ਹਾਰੇ ਮੇਰੇ ਪ੍ਰਭੂ ਜੀ ਮੇਰੇ ਪਿਤਾ ਜੀ ਕੱਲ ਦੇ ਬਾਹਰ ਗਏ ਹੋਏ ਹਨ ਤੇ ਤੁਹਾਨੂੰ ਦੁੱਧ ਪਿਆਉਣ ਦੀ ਸੇਵਾ ਮੈਨੂੰ ਦੇ ਕੇ ਹਨ। ਇਸ ਲਈ ਮਹਾਰਾਜ ਜੀ ਤੁਸੀਂ ਜਲਦੀ ਜਲਦੀ ਦੁੱਧ ਪੀਓ ਤੇ ਮੇਰੇ ਮਨ ਦੀ ਚਿੰਤਾ ਦੂਰ ਕਰੋ। ਇਹ ਕਹਿ ਕੇ ਨਾਮਦੇਵ ਸਾਹਮਣੇ ਬੈਠ ਗਿਆ ਤੇ ਭਗਵਾਨ ਦੀ ਮੂਰਤੀ ਵੱਲ ਵੇਖਣ ਲੱਗਾ। ਪਰ ਭਗਵਾਨ ਜੀ ਨਾ ਤਾਂ ਹਿੱਲੇ ਨਾ ਜੁਲੇ ਤੇ ਨਾ ਦੁੱਧ ਪੀਤਾ। ਇਹ ਵੇਖ ਕੇ ਨਾਮਦੇਵ ਉਦਾਸ ਹੋ ਗਿਆ ਤੇ ਉਸਨੇ ਫਿਕਰ ਤੇ ਦੁੱਖ ਨਾਲ ਫੇਰ ਬੇਨਤੀ ਕਿ ਦੁੱਧ ਪੀਓ ਗੋਬਿੰਦੇ ਰਾਏ ਦੁੱਧ ਪੀਓ गोविंदे राए दूध पियो गोविंदे राय दूध पियो गोविंदे राए दूध पियो मेरो मन पतियाए दूध पियो मेरो मन पतियाए नहीं ता घर को पाप रिसाए नहीं तो कर को पाप रिसाए दूध पियो गोविंदे राय दूध पियो गोविंदे राए सोइन कटोरी अमृत भरी सोइन कटोरी अमृत भरी देना में हरि आगे तरी देना में हर आगे तरी देना में हरि आगे तरी देना में हरि आगे तरी। प्यारे महाराज जी ਮੇਰੇ ਪਿਤਾ ਜੀ ਕੱਲ ਦੇ ਬਾਹਰ ਗਏ ਹੋਏ ਹਨ। ਆਪ ਜੀ ਨੂੰ ਦੁੱਧ ਪਿਆਉਣ ਦੀ ਸੇਵਾ ਅੱਜ ਮੈਂ ਹੀ ਕਰਨੀ ਹੈ। ਇਸ ਲਈ ਕਿਰਪਾ ਕਰਕੇ ਦੁੱਧ ਜ਼ਰੂਰ ਪੀਓ। ਜੇਕਰ ਤੁਸੀਂ ਦੁੱਧ ਨਾ ਪੀਤਾ ਤਾਂ ਮੇਰੇ ਪਿਤਾ ਜੀ ਮੇਰੇ ਤੇ ਬਹੁਤ ਨਾਰਾਜ਼ ਹੋਣਗੇ। ਇਹ ਕਹਿੰਦਿਆਂ ਨਾਮਦੇਵ ਹਟਕੋਰੇ ਭਰਨ ਲੱਗ ਪਿਆ ਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗੇ। ਪਰਮਾਤਮਾ ਆਪਣੇ ਪਿਆਰੇ ਭਗਤਾਂ ਦੀਆਂ ਅੱਖਾਂ ਵਿੱਚ ਹੰਝੂ ਦੇਖ ਸਕਦਾ ਹੈ? ਇਹ ਕਦੀ ਨਹੀਂ ਹੋ ਸਕਦਾ। ਜਲ ਥਲ ਮਹਿਲ ਵਿੱਚ ਤੇ ਘਟ ਵਿੱਚ ਵਸਣ ਵਾਲੇ ਨਿਰੰਕਾਰ ਪ੍ਰਭੂ ਨੇ ਜਦੋਂ ਦੇਖਿਆ ਕਿ ਹੁਣ ਬਾਲਕ ਨਾਮਦੇਵ ਤੋਂ ਦੁੱਧ ਪੀਣਾ ਹੀ ਪੈਣਾ, ਇਸ ਲਈ ਪ੍ਰਭੂ ਨੇ ਆਪਣੇ ਨਿਰਗੁਣ ਸਰੂਪ ਤੋਂ ਸਰਗੁਣ ਸਰੂਪ ਵਿੱਚ ਆਉਣ ਵਾਸਤੇ ਮੂਰਤੀ ਵਿੱਚ ਪ੍ਰਵੇਸ਼ ਕੀਤਾ ਤੇ ਨਾਮਦੇਵ ਨੂੰ ਵੇਖ ਕੇ ਹੱਸਣ ਲੱਗ ਪਏ। ਬਾਲਕ ਨਾਮਦੇਵ ਜੀ ਸਾਹਮਣੇ ਬੈਠੇ ਰੋ ਰਹੇ ਸਨ
ਪਰ ਭਗਵਾਨ ਜੀ ਉਸ ਨੂੰ ਵੇਖ ਕੇ ਹੱਸ ਰਹੇ। ਇੱਕ ਭਗਤ ਮੇਰੇ ਹਿਰਦੇ ਬਸੇ, एक भगत मेरे हृदय बसे, ਨਾਮੇ ਦੇਖ ਨਾਰਾਇਣ ਹਸੇ। नामे देख नारायण हसे, ਨਾਮੇ ਦੇਖ ਨਾਰਾਇਣ ਹਸੇ। ਨਾਮੇ ਦੇਖ ਨਾਰਾਇਣ ਹਸੇ। ਦੁੱਧ ਪਿਓ ਗੋਬਿੰਦ ਰਾਏ, ਦੁੱਧ ਪਿਓ ਗੋਬਿੰਦ ਰਾਏ। ਦੁੱਧ ਪਿਓ ਮੇਰੋ ਮਨ ਪਤੀ ਆਏ, ਦੁੱਧ ਪਿਓ मेरो ਮਨ मन ਪਤੀ ਆਏ। ਦੁੱਧ ਪਿਓ। ਨਾਮਦੇਵ ਨੇ ਭਗਵਾਨ ਨੂੰ ਹੱਸਦਿਆਂ ਵੇਖ ਕੇ ਫੇਰ ਕਿਹਾ, ਮਹਾਰਾਜ ਜੀ ਜਲਦੀ ਦੁੱਧ ਪੀਓ, ਨਹੀਂ ਤਾਂ ਮੇਰੇ ਪਿਤਾ ਜੀ ਬਹੁਤ ਨਾਰਾਜ਼ ਹੋਣਗੇ। ਇਹ ਸੁਣ ਕੇ ਭਗਵਾਨ ਜੀ ਬੋਲੇ, ਨਾਮਦੇਵ ਤੂੰ ਚਿੰਤਾ ਕਿਉਂ ਕਰਦਾ ਹੈ? ਤੇਰੇ ਪਿਤਾ ਜੀ ਤੇਰੇ ਤੇ ਕਦੀ ਨਾਰਾਜ਼ ਨਹੀਂ ਹੋਣਗੇ। ਲਿਆ ਦੁੱਧ ਫੜਾ, ਮੈਂ ਹੁਣੇ ਪੀ ਲੈਣਾ। ਨਾਮਦੇਵ ਨੇ ਦੁੱਧ ਦੀ ਕਟੋਰੀ ਚੁੱਕੀ ਤੇ ਭਗਵਾਨ ਦੇ ਅੱਗੇ, ਭਗਵਾਨ ਨੇ ਦੋਹਾਂ ਹੱਥਾਂ ਨਾਲ ਬੜੇ ਪਿਆਰ ਨਾਲ ਕਟੋਰੀ ਫੜੀ ਤੇ ਗੱਠ-ਗੱਠ ਕਰਕੇ ਸਾਰਾ ਦੁੱਧ ਪੀ। ਕਟੋਰੀ ਨਾਮਦੇਵ ਨੂੰ ਫੜਾ ਕੇ ਬੋਲੇ, ਹੁਣ ਖੁਸ਼ ਹੈ? ਨਾਮਦੇਵ ਨੇ ਦੇਖਿਆ ਕਿ ਪਹਿਲਾਂ ਤਾਂ ਭਗਵਾਨ ਜੀ ਥੋੜਾ ਜਿਹਾ ਦੁੱਧ ਪੀਂਦੇ ਸਨ ਤੇ ਬਾਕੀ ਪਿਤਾ ਜੀ ਘਰ ਲੈ ਜਾਂਦੇ ਸਨ, ਪਰ ਅੱਜ ਭਗਵਾਨ ਜੀ ਨੇ ਘਰ ਲੈ ਜਾਣ ਜੋਗਾ ਛੱਡਿਆ ਹੀ ਨਹੀਂ, ਸਾਰਾ ਹੀ ਪੀ ਗਏ। ਨਾਮਦੇਵ ਨੇ ਇੱਕ ਵਾਰ ਫੇਰ ਭਗਵਾਨ ਜੀ ਵੱਲ ਤੱਕਿਆ। ਭਗਵਾਨ ਜੀ ਫੇਰ ਹੱਸ ਰਹੇ ਸਨ। एक भगत मेरे हृदय बसे, एक भगत मेरे हृदय बसे। नामे देख नारायण हसे, नामे देख नारायण हसे। दूध पियाए भगत कर गया, दूध पियाए भगत कर गया। नामे हर का दर्शन पया, नामे हर का दर्शन पाया। नामे हर का दर्शन पया, नामे हर का दर्शन पया। दूध पियो गोविंद राय, दूध पियो गोविंद राय। दूध पियो मेरो मन पति आए, दूध पियो मेरो मन पति आए। दूध पियो। ਨਾਮਦੇਵ ਮੰਦਰ ਚੋਂ ਨੱਠਾ ਤੇ ਜਲਦੀ ਜਲਦੀ ਘਰ ਆ ਕੇ ਆਪਣੀ ਮਾਂ ਨੂੰ ਕਹਿਣ ਲੱਗਾ, ਮਾਂ ਅੱਜ ਤਾਂ ਭਗਵਾਨ ਜੀ ਨੇ ਸਾਰਾ ਹੀ ਦੁੱਧ ਘਰ ਲਿਆਉਣ ਜੋਗਾ ਛੱਡਿਆ। ਵੇ ਕਿਹੜੇ ਭਗਵਾਨ ਨੇ ਤੇਰਾ ਸਾਰਾ ਦੁੱਧ ਪੀ ਲਿਆ? ਕਿਸੇ ਹੋਰ ਭਾਈ ਨੂੰ ਤਾਂ ਦੁੱਧ ਨਹੀਂ ਪਿਆ ਆਇਆ, ਜਾਂ ਕਿਤੇ ਡੋਲ ਡੂਲ ਤਾਂ ਨਹੀਂ ਆਇਆ? ਨਹੀਂ ਮਾਂ, ਮੈਂ ਕੋਈ ਬੱਚਾ ਵਾਂ ਜੋ ਦੁੱਧ ਡੋਲ ਆऊं? ਮਾਂ ਪਹਿਲਾਂ ਤਾਂ ਭਗਵਾਨ ਜੀ ਦੁੱਧ ਪੀਂਦੇ ਹੀ ਨਹੀਂ ਸਨ,
मैं बड़ा हैरान होया, पता नहीं कोई गलती हो गई हो। फिर मेरा रोण निकल गया ते फिर पता की होया, भगवान जी ना हसन लग पए ते कहंदे लिया दुध पिया। फिर मैं अपने हथी उन्होंने दुध फड़ाया ते उन्हें सारे का सारा ही दुध पी लिया, जमा नहीं छड्या। घोरा भी लै देख लै, सारा ही दुध पी लिया, जमा नहीं छड्या। ये सुन के नामदेव की मां बड़ी हैरान होई जा, पर नामदेव नूं कोई हैरानी नहीं सी। वो तो समझदा सी भगवान हर रोज ही उसके पिता पासों दुध पींदे हन। अज फर्क इन्ना सी कि पहला थोड़ा पींदे सन ते अज सारा पी गए। दूध पियाए भगत कर गया, दूध पियाए भगत कर गया। नामे हर का दर्शन पया, नामे हर का दर्शन पाया, नामे हर का दर्शन पया। नामे हर का दर्शन पाया। नामदेव की मां ने नामदेव ਨੂੰ कुछ खाण ਲਈ ਦਿੱਤਾ ਤੇ ਆਪ घर ਦੇ ਆਰ ਪਾਰ ਵਿੱਚ ਦੁਪਹਿਰ ਤੋਂ ਬਾਅਦ ਨਾਮਦੇਵ ਦਾ ਪਿਤਾ ਘਰ ਆਇਆ। ਨਾਮਦੇਵ ਨੇ ਉਸ ਦੇ ਘਰ ਦੇ ਅੰਦਰ ਵੜਦਿਆਂ ਸਾਰ ਬੜੇ ਚਾਹ ਨਾਲ ਕਹਿਣਾ ਸ਼ੁਰੂ ਕਰ, ਪਿਤਾ ਜੀ ਅੱਜ ਮੈਂ ਸਵੇਰੇ ਸਵੇਰੇ ਨਹਾ ਧੋ ਕੇ ਭਗਵਾਨ ਨੂੰ ਦੁੱਧ ਪਿਆ ਆਇਆ ਸੀ। ਸੱਚੀ? ਮਾਂ ਨੂੰ ਠੀਕ ਹੈ ਪੁੱਤਰ, ਸ਼ਾਬਾਸ਼, ਮੈਨੂੰ ਤੇਰੇ ਕੋਲੋਂ ਇਹੀ ਉਮੀਦ। ਹਾਂ ਭਗਵਾਨੇ, ਤੂੰ ਹੀ ਦੱਸ, ਨਾਮੇ ਨੇ ਜੋ ਕੁਝ ਕੀਤਾ ਠੀਕ ਹੀ ਕੀਤਾ ਹੈ ਨਾ? ਮੈਨੂੰ ਤਾਂ ਇਹਦੀ ਗੱਲ ਦੀ ਸਮਝ ਨਹੀਂ ਆਉਂਦੀ। ਇਹ ਸਵੇਰ ਦਾ ਹੀ ਕਹੀ ਜਾਂਦਾ ਹੈ। ਮੇਰੇ ਕੋਲੋਂ ਭਗਵਾਨ ਨੇ ਕਟੋਰੀ ਫੜ ਕੇ ਸਾਰਾ ਦੁੱਧ ਪੀ ਲਿਆ, ਪਰ ਅੱਗੇ ਤਾਂ ਇਸ ਤਰ੍ਹਾਂ ਕਦੀ ਹੋਇਆ ਨਹੀਂ। ਭਗਵਾਨ ਨੇ ਨਾਮਦੇਵ ਤੋਂ ਕਟੋਰੀ ਫੜ ਕੇ ਸਾਰਾ ਦੁੱਧ ਪੀ ਲਿਆ, ਇਹ ਕਿਵੇਂ ਹੋ ਸਕਦਾ? ਉਰੇ ਆ ਓਏ ਨਾਮਿਆ, ਸੱਚ ਦੱਸ, ਤੈਥੋਂ ਭਗਵਾਨ ਨੇ ਕਿਵੇਂ ਦੁੱਧ ਪੀਤਾ? ਪਿਤਾ ਜੀ ਮੈਂ ਸੱਚ ਕਹਿਣਾ, ਮੈਂ ਭਗਵਾਨ ਨੂੰ ਇਸ਼ਨਾਨ ਕਰਾ ਕੇ ਜਦੋਂ ਅੱਗੇ ਦੁੱਧ ਰੱਖਿਆ ਤਾਂ ਪਹਿਲਾਂ ਤਾਂ ਭਗਵਾਨ ਜੀ ਨੇ ਦੁੱਧ ਪੀਤਾ ਹੀ ਨਹੀਂ ਸੀ, ਤੇ ਫਿਰ ਮੈਂ ਰੋਣ ਲੱਗ ਪਿਆ ਤੇ ਉਹ ਹੱਸਣ ਲੱਗ ਪਏ। ਤੇ ਉਹਨਾਂ ਕਿਹਾ ਤੂੰ ਰੋਣਾ ਕਿਉਂ ਹੈ ਨਾਮਦੇਵ, ਲਿਆ ਦੁੱਧ ਫੜਾ, ਮੈਂ ਪੀਂਦਾ। ਉਹਨਾਂ ਅੱਗੇ ਕਟੋਰੀ ਕੀਤੀ ਤੇ ਉਹ ਗਠਾ ਗਠ ਕਰਕੇ ਸਾਰਾ ਹੀ ਦੁੱਧ ਪੀ ਗਏ। ਨਾਮਦੇਵ ਦੇ ਭੋਲੇ ਜਿਹੇ ਮੁਖ ਤੋਂ ਭੋਲੀ ਜਿਹੀ ਅਜੀਬ ਜਿਹੀ ਤੇ ਸੱਚੀ ਗੱਲ ਸੁਣ ਕੇ ਉਸ ਦਾ ਪਿਤਾ ਇੰਨਾ ਦਰਵਿਤ ਹੋ ਗਿਆ ਕਿ ਉਸ ਦੀਆਂ ਅੱਖਾਂ ਵਿੱਚ ਜਦ ਉਸਨੇ ਨਾਮਦੇਵ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਤੇ ਬੜੇ ਪਿਆਰ ਨਾਲ, ਬੇਟਾ ਤੂੰ ਬੜਾ ਮਹਾਨ ਹੈ, ਜਿਹੜੀ ਚੀਜ਼ ਅਸੀਂ ਕਈ ਸਾਲਾਂ ਦੀ ਪੂਜਾ ਨਾਲ ਵੀ ਪ੍ਰਾਪਤ ਨਹੀਂ ਕਰ ਸਕੇ, ਉਹ ਤੂੰ ਅੱਜ ਇੱਕੋ ਦਿਨ ਦੀ ਭਗਤੀ ਨਾਲ ਹੀ ਪ੍ਰਾਪਤ ਕਰ ਲੈ। ਤੂੰ ਰੱਬ ਦਾ ਬਹੁਤ ਵੱਡਾ ਭਗਤ ਹੋਏਗਾ। ਪਰ ਨਾਮਦੇਵ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਸਨੇ ਕੀ ਖਾਸ ਕੰਮ ਕੀਤਾ ਹੈ, ਪਰ ਇੰਨੀ ਤਸੱਲੀ ਜ਼ਰੂਰ ਹੋ ਗਈ ਸੀ ਕਿ ਉਸਦੇ ਪਿਤਾ ਜੀ ਉਸਦੀ ਅੱਜ ਦੀ ਪੂਜਾ ਤੇ ਪ੍ਰਸੰਨ। ਇਸ ਘਟਨਾ ਦੇ ਨਾਲ ਨਾਮਦੇਵ ਦੇ ਮਨ ਵਿੱਚ ਪੂਰਬਲੇ ਜਨਮਾਂ ਦੀ ਭਗਤੀ ਜਾਗ ਉੱਠੀ ਤੇ ਉਸ ਦੀ ਭਗਤੀ ਦਾ ਰੰਗ ਦਿਨੋਂ ਦਿਨ ਚੋਖਾ ਹੁੰਦਾ ਗਿਆ। ਵੱਡੇ ਹੋ ਕੇ ਨਾਮਦੇਵ ਜੀ ਸ਼੍ਰੋਮਣੀ ਭਗਤਾਂ ਵਿੱਚ ਗਿਣੇ ਜਾਣ ਲੱਗੇ। ਉਹਨਾਂ ਦੀ ਬਾਣੀ ਨੂੰ
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਕੇ ਜੁਗੋ ਜੁਗ ਅਟਲ ਪਦਵੀ ਬਖਸ਼ ਦਿੱਤੀ। दूध पियाए भगत कर गया, दूध पियाए भगत कर गया, नामे हर का दर्शन पया, नामे हर का दर्शन पया, नामे हर का दर्शन पया, नामे हर का दर्शन पया। दूध पियो गोबिंद राय, दूध पियो गोबिंद राय, दूध पियो मेरु मन पति आए, दूध पियो मेरु मन पति आए, दूध पियो गोविंद राय, दूध पियो गोविंद राय, दूध पियो। बेटी देन न जाई, री बाई बेटी देन न जाई, री बाई बेटी देन न जाई, री बाई बेटी देन न जाई। देख बेटी रहे ओ समाई, हमारे बेटी प्राण आधारा, री बाई बेटी देन न जाई, री बाई बेटी देन न जाई, री बाई बेटी देन न जाई, शाम दा वक्त सी, सूरज अपना दिन दा सफर मुका के पश्चिम ਵੱਲ ਛੁਪਦਾ ਜਾ ਰਿਹਾ। ਅਸਮਾਨ ਵਿੱਚ ਪੰਛੀਆਂ ਦੀਆਂ ਡਾਰਾਂ ਆਪੋ ਆਪਣੇ ਆਲਣਿਆਂ ਵੱਲ ਉੱਡੀਆਂ ਜਾ ਰਹੀਆਂ। ਰੋਹੀ ਵਿੱਚ ਮਾਲ ਡੰਗਰ ਚਾਰਨ ਵਾਲੇ ਛੇੜੂ ਆਪਣੇ ਪਸ਼ੂਆਂ ਨੂੰ ਘਰਾਂ ਵੱਲ ਮੋੜ ਕੇ ਲੈ ਜਾ। ਖੇਤਾਂ ਵੱਲੋਂ ਆਉਂਦੀ ਇੱਕ ਨਿੱਕੀ ਜਿਹੀ ਡੰਡੀ ਤੇ ਭਗਤ ਨਾਮਦੇਵ ਜੀ ਵੀ ਪ੍ਰਭੂ ਭਗਤੀ ਦੇ ਗੀਤ ਗਾਉਂਦੇ ਆਪਣੇ ਪਿੰਡ ਵੱਲ ਨੂੰ ਤੁਰੇ ਆ ਰਹੇ ਸਨ। ਪਿੰਡ ਦੀਆਂ ਨਿੱਕੀਆਂ ਵੱਡੀਆਂ ਗਲੀਆਂ ਵਿੱਚ ਦੀ ਲੰਘ ਕੇ ਜਦੋਂ ਉਹ ਆਪਣੀ ਕੁਟੀਆ ਦੇ ਪਾਸ ਗਏ ਤਾਂ ਉਹ ਵੇਖ ਕੇ ਹੈਰਾਨ ਹੋ। ਕੱਖਾਂ ਕਾਨਿਆਂ ਦੀ ਬਣੀ ਉਹਨਾਂ ਦੀ ਇੱਕ ਨਿੱਕੀ ਜਿਹੀ ਛੰਨ ਨੂੰ ਅੱਗ ਲੱਗੀ ਹੋਈ। ਆਸ ਪੜੋਸ ਦੇ ਕੁਝ ਹਮਦਰਦੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਅੱਗ ਬੁਝਣ ਦੀ ਬਜਾਏ ਹੋਰ ਭੜਕਦੀ ਜਾ ਰਹੀ। ਇੱਕ ਪ੍ਰੇਮੀ ਨੇ ਨਾਮਦੇਵ ਜੀ ਦੇ ਕੋਲ ਆ ਕੇ ਬੜੇ ਅਫਸੋਸਨਾਕ ਲਹਿਜੇ ਵਿੱਚ ਕਿਹਾ, ਬੜੇ ਅਫਸੋਸ ਦੀ ਗੱਲ ਹੈ ਕਿਸੇ ਈਰ ਖਾਲੂ ਨੇ ਆਪ ਦੀ ਕੁਟੀਆ ਨੂੰ ਅੱਗ ਲਗਾ। ਇਹ ਸੁਣ ਕੇ ਨਾਮਦੇਵ ਜੀ ਝੱਟ ਬੋਲ ਉੱਠੇ, ਕੌਣ ਕਹਿੰਦਾ ਮੇਰੀ ਕੁਟੀਆ ਨੂੰ ਕਿਸੇ ਨੇ ਅੱਗ ਲਗਾ ਦਿੱਤੀ? ਇਹ ਤਾਂ ਮੇਰਾ ਸਵਾਮੀ ਨਾਰਾਇਣ ਹੀ ਹੈ ਜਿਹੜਾ ਅਗਨੀ ਰੂਪ ਹੋ ਕੇ
ਮੈਨੂੰ ਖੁੱਲੇ ਦਰਸ਼ਨ ਦਿਦਾਰੇ ਦੇਣ ਵਾਸਤੇ ਆਇਆ ਹੋਇਆ। ਇਹ ਕਹਿ ਕੇ ਨਾਮਦੇਵ ਜੀ ਨੇ ਜੋ ਸਮਾਨ ਕੁਟੀਆ ਤੋਂ ਬਾਹਰ ਪਿਆ ਹੋਇਆ ਸੀ ਉਹ ਵੀ ਬਲ ਦੀ ਅੱਗ ਵਿੱਚ ਸੁੱਟਣਾ ਸ਼ੁਰੂ ਕਰ। ਫਿਰ ਬੋਲੇ, ਪਿੰਡ ਵਾਸੀਓ ਤੁਸੀਂ ਵੀ ਕਰ ਲਓ ਮੇਰੇ ਪ੍ਰਭੂ ਦੇ ਖੁੱਲੇ ਦਰਸ਼ਨ ਦਿਦਾਰ। ਇਹ ਅਜੀਬ ਗੱਲ ਸੁਣ ਕੇ ਲੋਕ ਬੜੇ ਹੈਰਾਨ ਹੋਏ ਤੇ ਆਪੋ ਆਪਣੇ ਘਰਾਂ ਨੂੰ ਜਾਂ ਹਨੇਰਾ ਹੋ ਛਾਂਦੀ ਬਲ ਦੀ ਅੱਗ ਮੱਠੀ ਹੁੰਦੀ ਹੁੰਦੀ ਬੁਝ ਗਈ। ਵਾਹ ਦੀ ਢੇਰੀ ਬਣ ਕੇ ਰਹਿ। ਨਾਮਦੇਵ ਦੇ ਇੱਕ ਗੁਆਂਢੀ ਨੇ ਨਾਮਦੇਵ ਦੇ ਖਾਣ ਪੀਣ ਲਈ ਕੁਝ ਲਿਆਂਦਾ, ਪਰ ਨਾਮਦੇਵ ਨੇ ਕਿਹਾ ਮੈਂ ਭਗਵਾਨ ਦੇ ਦਰਸ਼ਨ ਕਰਕੇ ਪੂਰੀ ਤਰ੍ਹਾਂ ਤ੍ਰਿਪਤ ਹੋ ਗਿਆ ਹਾਂ, ਹੁਣ ਮੈਨੂੰ ਕਿਸੇ ਤੁਹਾਡੀ ਬੜੀ ਮਿਹਰਬਾਨੀ। ਚੁੱਪ ਕਰਕੇ ਵਾਪਸ ਚਲਾ। ਤੇ ਨਾਮਦੇਵ ਜੀ ਸਵਾਹ ਦੀ ਢੇਰੀ ਲਾਗੇ ਪਰਨਾ ਵਿਛਾ ਕੇ ਸੌਂ। ਉਹ ਆਪਣੇ ਪ੍ਰਭੂ ਦੀ ਸਵਪਨ ਨਗਰੀ ਵਿੱਚ ਪਹੁੰਚ ਗਏ ਤੇ ਨੀਂਦ ਦੇ ਹੁਲਾਰੇ ਲੈਣ। ਰਾਤ ਬੀਤਦੀ ਗਈ, ਅੰਮ੍ਰਿਤ ਵੇਲਾ ਹੋ। ਨਾਮਦੇਵ ਦੀ ਕੁਟੀਆ ਤੋਂ ਕੁਝ ਵਿੱਥ ਤੇ ਰਹਿੰਦੀ ਇੱਕ ਸ਼ਰਧਾਲੂ ਗਵਾਂਢਣ ਨੇ ਆਪਣੇ ਘਰੋਂ ਕੁਝ ਖਾਣ ਪੀਣ ਦਾ ਸਮਾਨ ਲਿਆ ਤੇ ਭਗਤ ਜੀ ਨੂੰ ਦੇਣ ਵਾਸਤੇ ਚੱਲ। ਪਰ ਅੱਗੇ ਜਾ ਕੇ ਜੋ ਕੁਝ ਵੇਖਿਆ ਉਸ ਦੀ ਹੈਰਾਨੀ ਦੀ ਕੋਈ ਹੱਦ। ਨਾਮਦੇਵ ਜੀ ਇੱਕ ਸੁੰਦਰ ਕੁਟੀਆ ਵਿੱਚ ਸੋਹਣੀ ਚਾਰਪਾਈ ਤੇ ਲੇਟੇ ਹੋਏ ਸਨ। ਪੜੋਸਣ ਨੇ ਭਗਤ ਜੀ ਨੂੰ ਵੇਖ ਕੇ ਕਿਹਾ, ਭਗਤ ਜੀ ਨਮਸਕਾਰ। ਨਾਮਦੇਵ ਜੀ ਆਵਾਜ਼ ਸੁਣ ਕੇ ਉੱਠੇ ਤੇ ਬੋਲੇ, ਨਮਸਕਾਰ ਬਾਈ ਜੀ, ਨਮਸਕਾਰ। ਭਗਤ ਜੀ ਤੁਸੀਂ ਤੇ ਕਮਾਲ ਹੀ ਕਰ ਦਿੱਤੀ, ਰਾਤੋਂ ਰਾਤ ਹੀ ਛੰਨ ਬਣਾ ਦੇ। ਭਗਤ ਜੀ ਨੇ ਆਸ-ਪਾਸ ਵੇਖਿਆ, ਉਹਨਾਂ ਦੇ ਉੱਪਰ ਇੱਕ ਸੁੰਦਰ ਛੱਪਰੀ ਬਣੀ ਹੋਈ ਸੀ ਜੋ ਕਿਸੇ ਸਿਆਣੇ ਛੱਪਰ ਬਾਨੇ ਦੀ ਤਿਆਰ ਕੀ। ਨਾਮਦੇਵ ਜੀ ਇੱਕ ਸੁੰਦਰ ਬਿਸਤਰੇ ਤੇ ਲੇਟੇ ਹੋਏ ਸਨ ਤੇ ਕੋਲ ਛੋਟੀ ਜਿਹੀ ਚੌਂਕੀ ਤੇ ਪਾਣੀ ਦਾ ਲੋਟਾ ਵੀ ਪਿਆ। ਬਾਕੀ ਸਾਰਾ ਸਮਾਨ ਵੀ ਥਾਂ ਥਾਈਂ ਉਵੇਂ ਦਾ ਉਵੇਂ ਪਿਆ ਹੋਇਆ ਸੀ। ਸੁਆਹ ਦਾ ਕਿਧਰੇ ਵੀ ਨਾਮੋ ਨਿਸ਼ਾਨ ਨਜ਼ਰ। ਪੜੋਸਣ ਨੇ ਖਾਣ ਪੀਣ ਦਾ ਸਮਾਨ ਨਾਮਦੇਵ ਦੇ ਪਾਸ ਮੇਜ਼ ਤੇ ਕਹਿਣ, ਭਗਤ ਜੀ ਤੁਹਾਨੂੰ ਐਸਾ ਕਿਹੜਾ ਛੱਪਰ ਬੰਨਣ ਵਾਲਾ ਬੇਡੀ ਮਿਲ ਗਿਆ ਜਿਸ ਨੇ ਰਾਤੋਂ ਰਾਤ ਹੀ ਬੜੇ ਸੁੰਦਰ ਛੰਨ ਤੇ ਨਾਮਦੇਵ। ਬਸ ਬਾਈ ਜੀ ਕੁਝ ਨਾ, ਉਸ ਦੀ ਲੀਲਾ ਉਹ ਹੋ ਜਾਣ। ਭਗਤ ਜੀ ਛੰਨ ਤਾਂ ਅਸੀਂ ਵੀ ਇੱਕ ਬਣਾਉਣੀ ਹੈ, ਮੈਂ ਉਸ ਨੂੰ ਦੁੱਗਣੀ ਮਜ਼ਦੂਰੀ ਦੇਣ ਵਾਸਤੇ ਤਿਆਰ ਹਾਂ, ਪਰ ਤੁਸੀਂ ਮੈਨੂੰ ਉਸ ਛੱਪਰ ਬਾਨੇ ਬਾਰੇ ਕੁਝ ਦੱਸੋ ਤਾਂ ਸਹੀ। ਭਗਤ ਨਾਮਦੇਵ ਜੀ ਪੂਰਨ ਬ੍ਰਹਮ ਗਿਆਨੀ ਅਤੇ ਤਤਵੇਤਾ ਉਹ ਸਮਝਦੇ ਸਨ ਕਿ ਇਹ ਸਾਰਾ ਖੇਲ ਇੱਕ ਪ੍ਰਭੂ ਪਰਮਾਤਮਾ ਦਾ ਹੀ ਹੈ। ਗਾ ਵੀ ਉਹ ਆਪ ਹੀ ਲਾਉਂਦਾ ਹੈ, ਬੁਝਾਉਂਦਾ ਵੀ ਉਹ ਆਪ ਹੀ ਹੈ ਤੇ ਛੰਨਾ ਵੀ ਉਹ ਆਪ ਹੀ ਤਿਆਰ ਕਰਕੇ ਦੇ ਦਿੰਦਾ ਹੈ। ਉਸ ਤੋਂ ਬਿਨਾਂ ਇਹ ਕੰਮ ਕੋਈ ਹੋਰ ਨਹੀਂ ਕਰ। ਆਪਣੀ ਪੜੋਸਣ ਦੇ ਸਵਾਲਾਂ ਦਾ ਜਵਾਬ ਉਹਨਾਂ ਨੇ ਆਪਣੇ ਇੱਕ ਸ਼ਬਦ ਰਾਹੀਂ ਦਿੱਤਾ ਹੈ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ 657 ਤੇ ਰਾਗ ਸੋਰਠ ਵਿੱਚ ਇਸ ਪ੍ਰਕਾਰ ਦਸਵੀਂ ਬਾਈ ਬੇਟੀ ਦੇਣ ਨਾ ਜਾਈ, ਰੀ ਬਾਈ ਬੇਟੀ ਦੇਣ ਨਾ ਜਾਈ। ਦੇਖ ਬੇਟੀ रहे ओ समाई, हमारे बेटी प्राण आधारा, री बाई बेटी देन जाई, री बाई